अस्सलाम वालेकुम जी। वालेकुम सलाम। लो जी असी ना अज बजुर्गों को आए हैं बाबे रा दा माशाल्लाह यानी एकड़ा विच जड़ा ना बाग है ते 12 एकड़ माशाल्लाह है मूंह नाल अक्सड़ी दा 12 एकड़ दा नू सलना जड़ा वो बड़ा ही औखा है, ठीक है ना। ते नाले इन्हां नू पुछने आ कि भी असी जड़ा ना इनू बचाण वास्ते इनू मौसम दे जड़ा मौसम दा जी ਇਹਦੇ 3-4 ਇੰਨੀਆਂ ਸ਼ਿਫਟਾਂ ਕਰੀ ਦੀਆਂ ਨੇ। ਮਸਲਨ ਜਿਹੜਾ ਇਹਨੂੰ ਅਸੀਂ ਚੌਥੇ ਮਹੀਨੇ ਚ ਜਾਂ ਕਿ ਪੰਜਵੇਂ ਮਹੀਨੇ ਚ ਇਹਨੂੰ ਫਲ ਤਾਰ ਦੇਣਾ ਹੁੰਦਾ ਨਾ ਗਰਮੀ ਦਾ। ਹਾਂਜੀ ਉਹ ਫਿਰ ਅਮਰੂਦ ਦਾ ਇਹ ਹੁੰਦਾ ਹੈ 5 ਮਹੀਨੇ ਬਾਅਦ ਤਿਆਰ ਹੁੰਦਾ ਹੈ। ਅੱਛਾ 5 ਮਹੀਨੇ ਚ ਨੇ ਤਿਆਰ ਹੋਣਾ ਹੁੰਦਾ, ਜਿਸ ਵੇਲੇ ਫਲ ਦੇ ਤੇ ਲੱਗਦਾ ਫਲ ਲੱਗਦਾ। ਮਸਲਨ ਜਿਹੜਾ ਅੱਜ ਫੁੱਲ ਨਿਕਲਿਆ ਨਾ ਇਹਨੇ 5 ਮਹੀਨੇ ਦੇ ਵਕਫੇ ਨਾਲ ਜਾ ਕੇ ਪੱਕਦਾ। 5 ਮਹੀਨੇ ਤੋਂ ਬਾਅਦ ਮੁਕੰਮਲ ਜਿਹੜਾ ਨਾ ਇਹ ਮੰਡੀ ਜਾਣ ਵਾਸਤੇ ਤਿਆਰ ਹੋ ਜਾਂਦਾ ਜੀ। ਇਹ ਜਿਹੜਾ ਹੁਣ ਤੁਸੀਂ ਇਹ ਲਾ ਕੇ ਢੇਰੀਆਂ ਜੀ ਫਿਰ ਇਹਨਾਂ ਨੂੰ ਛੱਡਾਂ 'ਚ ਪਾ ਕੇ ਇਹਨਾਂ ਦੀ ਤਿਆਰੀ ਕਰ ਲਈਦੀ, ਇਹਨਾਂ ਨੂੰ ਪੈਕ ਕਰ ਲਈਦਾ ਜਾਂ ਕਿ ਛੱਲਿਆਂ 'ਚ ਜੇ ਕਿ ਜਾਂ ਕਾਟਨਾਂ 'ਚ ਵੀ। ਹਾਂਜੀ ਅੱਛਾ ਅਮਰੂਦ ਦੀਆਂ ਨੇ 3 ਤੋਂ 4 ਜਿਨਸਾਂ। ਅੱਛਾ 4 ਜਿਨਸਾਂ ਨੇ ਜੀ, ਠੀਕ ਹੈ। ਇੱਕ ਨੂੰ ਅਸੀਂ ਸਰਾਈ ਬੋਲਨੇ ਆ, ਉਹ ਤੁਹਾਡੇ ਅੱਗੇ ਦਾਣਾ ਪਿਆ ਇਹ ਸਰਾਈ ਦਾ। ਹਾਂਜੀ ਠੀਕ ਹੈ। ਇੱਕ ਨੂੰ ਅਸੀਂ 골ਡਨ ਗੋਲਾ ਬੋਲਨੇ ਆ, ਜਿਹੜਾ ਤੁਹਾਡੇ ਇਹ ਸਾਹਮਣੇ ਪਿਆ ਇਹ ਪਿਆ 골ਡਨ ਗੋਲਾ। ਹਾਂ ਇੱਕ ਨੂੰ ਚੈਨੀ ਗੋਲਾ ਬੋਲਨੇ ਆ ਅਸੀਂ, ਠੀਕ ਹੈ। ਉਹ ਛੋਟਾ ਹੁੰਦਾ ਹਾਂਜੀ ਤੇ ਸਫੈਦ ਰੰਗ ਦਾ। ਠੀਕ ਹੈ ਸਫੈਦ ਰੰਗ ਦਾ। ਸਫੈਦ ਰੰਗ ਠੀਕ ਹੈ। ਇੱਕ ਉਹ ਪਹਿਲੀ ਪਨੀਰੀ ਹੁੰਦੀ ਸੀ, ਉਹ ਪਨੀਰੀ ਤਾਂ ਖਤਮ ਹੋ ਗਈ ਜਿਹੜੀ ਉਹ ਅਸੀਂ ਉਹਨੂੰ ਲਾਹਬਾਦੀ ਸਾਦੇ ਸਾਂ ਇੰਡੀਆ ਦਾ ਲਾਹਬਾਦੀ ਆ ਪਰ ਨਾ ਹੁਣ ਸਾਡੇ ਕੋਲ ਇੱਥੇ ਵੀ ਕਾਫੀ ਲੋਕਾਂ ਨੇ ਤਰੱਕੀ ਕਰ ਲਈ ਤੇ ਜਿਨਸਾਂ ਵਧਾ ਲਈਆਂ ਨੇ ਇਹਨਾਂ। ਠੀਕ ਹੈ। ਇਹ 4 ਜਿਨਸਾਂ ਚ ਨੇ। ਠੀਕ ਹੈ। 4 ਜਿਨਸਾਂ ਤੋਂ ਇਹ ਵੀ ਜੀ ਇਹਦਾ ਸਟੈਪ ਬਾਈ ਸਟੈਪ ਬਣਾਈਦਾ ਹੈ। ਜਿਹੜਾ ਅਸੀਂ 10ਵੇਂ ਮਹੀਨੇ 'ਚ ਲਿਆਉਣਾ ਹੈ ਜੀ, ਉਹਨੂੰ ਅਸੀਂ ਦੂਸਰੇ ਮਹੀਨੇ 'ਚ ਤੀਸਰੇ ਮਹੀਨੇ 'ਚ ਚੌਥੇ ਲਾ ਕੇ ਤੀਸਰੇ ਤੋਂ ਲਾ ਕੇ ਚੌਥੇ ਤੱਕ ਉਹਨੂੰ ਅਸੀਂ ਕੱਢ ਦੇਣਾ। ਉਹਦਾ ਅਸੀਂ ਦੇਖਭਾਲ ਕਰਨੀ ਕਰ ਲੈਣੀ, ਖਾਦ ਪਾਣੀ ਜੋ ਕੁਝ ਕਰਨਾ ਹੈ ਜੀ ਜੀ। ਉਸ ਤੋਂ ਪਿੱਛੇ ਫਿਰ ਜਿਹੜਾ ਅਸੀਂ 6ਵੇਂ ਤੋਂ 7ਵੇਂ ਮਹੀਨੇ 'ਚ ਲਿਆਉਣਾ ਹੈ ਉਹ ਸਾਡਾ ਆਉਣਾ ਹੈ ਤੀਸਰੇ ਮਹੀਨੇ ਦੂਸਰੇ ਮਹੀਨੇ 'ਚ ਸਰਦੀ ਖਤਮ ਹੋ ਜਾਣੀ। ਅੱਛਾ ਜਿਸ ਵੇਲੇ ਸਰਦੀ ਖਤਮ ਹੋਣੀ ਹੈ ਫਿਰ ਚੱਲਣਾ, ਫਿਰ ਉਹਨੇ ਤਿਆਰ ਹੋਣਾ ਹੈ। ਫਿਰ ਉਹਨੇ ਹਾਂ ਇਹ ਕਿਉਂ ਸਰਦੀ ਦਾ ਜਿਹੜਾ ਹੈ ਨਾ ਇਹ 6 ਮਹੀਨੇ ਲੈ ਜਾਂਦਾ ਪੂਰੇ 6 ਮਹੀਨੇ ਚੱਕਾ ਕਰ ਦੀ ਵਜ੍ਹਾ ਨਾਲ। ਹਾਂ ਤੇ ਇਹ ਕਿਉਂ ਠੰਡ ਪੈਂਦੀ ਹੈ ਦਾਣਾ ਵੱਧਦਾ ਨਹੀਂ, ਤੇ ਜਿਹੜੀ ਗਰਮੀ ਦਾ ਮੌਸਮ ਹੁੰਦਾ ਨਾ ਉਹ ਫਿਰ ਉਹ ਤੇ ਇੰਜ ਵੱਧਦਾ 5 ਮਹੀਨੇ ਵਿੱਚ ਤਿਆਰ ਹੋ ਜਾਂਦਾ, ਯਾਨੀ 2 ਮਹੀਨੇ ਦਾ ਫਰਕ ਪੈਂਦਾ। ਹਾਂ 2 ਮਹੀਨੇ ਦਾ ਫਰਕ ਪੈਂਦਾ ਹੈ ਕਿਉਂ ਹੁਣ ਜਿਹੜੀ ਸਰਦੀ ਪੈ ਰਹੀ ਹੁਣ ਜਿੱਥੇ ਦਾਣਾ ਖੜਾ ਉੱਥੇ ਹੀ ਆ ਵੱਧਦਾ ਹੀ ਨਹੀਂ ਹੈ ਜਿੱਥੇ ਜਿੱਥੇ ਮੌਸਮ ਬਦਲੇਗਾ। ਹਾਂਜੀ ਇੰਜ ਉਹ ਜ਼ਰਾ ਛਾਲਾ ਮਾਰੇਗਾ, ਲੱਗਿਆ ਫਰੂਟ ਝੜਦਾ ਜੀ। ਹਾਂ ਝੜਦਾ ਪਿਆ ਹੁਣ ਸਿਰਫ ਠੰਡ ਦੀ ਵਜ੍ਹਾ ਨਾਲ, ਧੁੰਦ ਜਿਹੜੀ ਹੈ ਤੇ ਦੇਖਭਾਲ ਦੀ ਇਹਨੂੰ ਦੇਸੀ ਰੂੜੀ ਚਾਹੀਦੀ। ਅੱਛਾ ਅੱਛਾ ਦੇਸੀ ਰੂੜੀ ਜਿਹੜੀ ਹੈ ਗੋਬਰ ਉਹ ਲਾਜ਼ਮੀ ਇਹਨੂੰ ਉਹ ਲਾਜ਼ਮੀ ਹੈ। ਹਾਂ ਬਜਾਏ ਕਿ ਜਿਹੜਾ ਤੁਸੀਂ ਯੂਰੀਆ ਜਾਂ ਦੂਸਰੀਆਂ ਚੀਜ਼ਾਂ। ਨਹੀਂ ਯੂਰੀਆ ਵੀ ਇੱਕ ਦੋ ਖਾਦਾਂ ਹੈਗੀਆਂ ਨੇ ਇਹਦੇ ਵਾਸਤੇ। ਹਾਂਜੀ ਸਪੈਸ਼ਲ ਠੀਕ ਹੈ। ਇੱਕ ਜਿਹੜੀ ਅਸੀਂ ਗੁਆਰਾ ਉਹਨੂੰ ਬੋਲਨੇ ਆ ਪੰਜਾਬੀ ਚ ਗੁਆਰਾ, ਠੀਕ ਹੈ। ਤੇ ਇੱਕ ਉਸ ਨਾਲ ਡੀਏਪੀ ਵੀ ਪਾ ਲਈ ਦੀ ਹੈ। ਹਾਂਜੀ ਗੁਆਰਾ ਡੀਏਪੀ ਮਿਲਾ ਕੇ ਇਹਨੂੰ ਮਿਕਸ ਕਰਕੇ ਪਾਇਆ ਜੇ ਡੀਏਪੀ ਜਿਹੜਾ ਆਸੇ ਆਸੇ ਢੇਰ ਲਾਉਂਦੀ ਹੈ ਤੇ ਇਹ ਜਿਹੜਾ ਗੁਆਰਾ ਹੁੰਦਾ ਇਹਦੇ ਨਾਲ ਅਮਰੂਦ ਦੀ ਜਿਹੜਾ ਪੌਦਾ ਹੁੰਦਾ ਇਹਦੀ ਰੰਗਤ ਬਣਦੀ ਹੈ ਤੇ ਮਠਿਆਈ ਚ ਹੁੰਦਾ ਹੈ। ਹਾਂਜੀ ਠੀਕ ਹੈ। ਇੱਕ ਜ਼ਿੰਕ ਖਾਦ ਹੈ ਜ਼ਿੰਕ। ਹਾਂ ਅੱਛਾ ਉਹ ਜਿਹੜੀ ਉਹ ਤਕਰੀਬਨ 20,000 ਦੀ ਬੋਰੀ ਮਿਲਦੀ। 20,000 ਦੀ ਬੋਰੀ ਉਹ ਠੀਕ ਹੈ ਇੱਕ ਬੋਰੀ। ਤੇ ਉਹ ਮਸਲ ਉਹ ਬੋਰੀਆਂ ਛੋਟੀਆਂ ਇੱਕ ਪੌਦੇ ਨੂੰ ਕਿੰਨੀ ਪਾਣੀ ਇੱਕ ਅੱਧ ਪਾ ਪਾਈਆ ਅੱਧ ਪਾ। ਠੀਕ ਹੈ ਜੀ ਇੰਨੀ ਕਰ ਸਾਰੀ ਜਿਹੜੀ ਹੈ ਨਾ ਉਹ ਹੀ ਪੌਦੇ ਵਾਸਤੇ ਜਿਹੜਾ ਆਪਣੀ ਡੀਏਪੀ ਤੇ ਗੁਆਰਾ ਮਿਲਾ ਕੇ ਹਾਂਜੀ ਇਹ ਬੂਟੇ ਦੇ ਹਿਸਾਬ ਨਾਲ ਅੱਧਾ ਕਿਲੋ ਪਾਓ। ਜਿਹੜਾ ਬੂਟਾ ਵੱਡਾ ਹੈ ਉਹਨੂੰ ਅੱਧਾ ਕਿਲੋ ਬੂਟੇ ਤੋਂ ਤਕਰੀਬਨ 2 ਫੁੱਟ ਚਫੇਰੇ ਰੱਖ ਕੇ ਯਾਨੀ ਦੂਰ ਰੱਖ ਕੇ ਹਾਂ ਕੋਲੇ ਨਹੀਂ ਪਾਣਾ, ਸੜ ਨਾ ਜਾਏ। ਉਹ ਬੂਟੇ ਦਾ ਆ ਪੌਦਾ ਹੈ ਨਾ ਜੀ ਜੀ ਇਹਦੇ ਪੌਦੇ ਦਾ ਏਰੀਆ ਰੱਖਣਾ 2 ਫੁੱਟ ਦੂਰ। ਆ 2 ਫੁੱਟ ਦੂਰ ਜਿਹੜਾ ਨਾ ਉਹਨੂੰ ਪਿੱਛੇ ਰੱਖ ਕੇ ਪਾਣੀ ਤੇ ਤਾਂ ਉਹਦਾ ਅਸਰ ਉੱਥੇ ਦਾ ਟੁੱਟ ਜਾਂਦਾ ਹੁੰਦਾ। ਫਿਰ ਅੱਗੇ ਜਿਹੜੀ ਅੱਛਾ ਰੂੜੀ ਦੇ ਜਿਹੜਾ ਤੁਸੀਂ ਦੱਸ ਰਹੇ ਰੂੜੀ ਜਨਾਬ ਰੂੜੀ ਵੀ ਹਾਂਜੀ ਜਿਹੜੀ ਨਾ ਇਹ ਰੂੜੀ ਤਾਂ ਅਸੀਂ ਇਹਨੂੰ ਅਗਲੇ ਸਾਲ ਵਾਸਤੇ ਪਾਣੀ ਹੋਵੇ ਤੇ ਇਹਨੂੰ ਅਸੀਂ ਅਪ੍ਰੈਲ 'ਚ ਪਾ ਦਿੰਦੇ ਆ। ਯਾਨੀ ਅਪ੍ਰੈਲ ਦੇ ਵਿੱਚ ਇਹਨੂੰ ਚੌਥੇ ਮਹੀਨੇ 'ਚ ਚੌਥੇ ਮਹੀਨੇ 'ਚ ਪਾ ਲਈਏ, ਤੀਸਰੇ ਮਹੀਨੇ ਪਾ ਦਿੱਤੀ ਆ। ਉਸ ਪਿੱਛੇ ਜੀ ਖਾਦ ਆਪਣੇ ਮਿਆਰ ਦੇ ਮੁਤਾਬਕ ਫਿਰ ਚੱਲਦਾ ਰਹਿੰਦਾ। ਉਂਝ ਰੂੜੀ ਦੀ ਕਮਾਲ ਚੋਖੀ ਨਹੀਂ ਹੈ। ਰੂੜੀ ਤਾਂ ਅੱਛੀ ਗੱਲ ਹੈ। ਰੂੜਾ ਜਿਹੜਾ ਨਾ ਉਹ ਆਪਣਾ ਅਸਰ ਦਿੰਦਿਆਂ ਜੀ ਕੁਝ ਮਹੀਨੇ ਲੈ ਜਾਂਦਾ। ਹਾਂਜੀ ਦੇਖੋ ਜੀ ਰੂੜੀ ਦੀ ਜਿਹੜੀ ਤਾਕਤ ਹੈ ਨਾ ਉਹ ਬਰਕਰਾਰ ਰਹਿੰਦੀ ਹੈ 6-7 ਮਹੀਨੇ ਬਰਕਰਾਰ ਰਹਿੰਦੀ। ਖਾਦ ਦੀ ਜਿਹੜੀ ਤਾਕਤ ਹੈ ਇਹਨੇ ਵਕਤੀ ਦੇਣਾ ਹੈ ਥੋੜੀ ਦੇਰ ਵਾਸਤੇ। ਜਿਹੜੀ ਡੀਏਪੀ ਇਹ ਬੜਾ ਚਾਰਾ ਕਰੇਗੀ ਤੇ 2 ਮਹੀਨੇ ਵਾਸਤੇ ਕਰੇਗੀ।
ਯਾਨੀ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਵੀ ਇੰਗਲਿਸ਼ ਦਵਾਈ ਲਈਏ ਤੇ ਉਸੇ ਵੇਲੇ ਆਰਾਮ ਤੇ ਆ ਜਾਂਦਾ ਹੈ ਲੇਕਿਨ ਬਿਮਾਰੀ ਨਹੀਂ ਜਾਂਦੀ। ਬਿਮਾਰੀ ਨਹੀਂ ਹੈ, ਦੇਸੀ ਦਵਾ ਜਿਹੜੀ ਦੇਸੀ ਹਕੀਮ ਕੋਲੋਂ ਦਵਾਈ ਲਈ ਹੋਵੇ ਤੇ ਉਹ ਫਿਰ ਕਈ ਸਾਲ ਤੜੀ ਤੁਹਾਨੂੰ ਆਰਾਮ ਰਹਿੰਦਾ। ਉਹਦੇ ਯਾਨੀ ਇਹਦੇ 'ਚ ਇਹ ਫਰਕ ਇਹ ਚੀਜ਼ ਹੁੰਦੀ ਉਹ ਦੇਸੀ ਦਵਾਈ ਜਿਹੜੀ ਤੁਸੀਂ ਗੱਲ ਕੀਤੀ ਉਹ ਅਗਰ ਬੰਦੇ ਨੂੰ ਨੁਕਸਾਨ ਫਾਇਦਾ ਨਹੀਂ ਦੇਖਦੇ ਨੁਕਸਾਨ ਵੀ ਨਹੀਂ ਦਿੰਦੀ। ਨਹੀਂ ਦੇਣ ਲਈ ਜਿਹੜੀ ਅੰਗਰੇਜ਼ੀ ਦਵਾ ਇਹਦੇ ਜੇ ਇੱਕ ਬਿਮਾਰੀ ਦਾ ਇਲਾਜ ਕਰੋ ਤਾਂ ਦੋ ਹੋਰ ਚੰਬੜ ਜਾਂਦੀਆਂ ਨਾਲ ਹੋਰ ਜਿਹੜੀਆਂ ਨੇ ਇਕੱਠੀਆਂ ਜ਼ਿਆਦਾ ਕਰਕੇ ਮਿਹਦ ਨੂੰ ਪੈ ਗਈ ਇਸ ਤਰ੍ਹਾਂ ਕਰਕੇ। ਠੀਕ ਹੈ। ਆ ਤੇ ਇਹਦਾ ਜਿਹੜਾ ਯਾਨੀ ਖਾਦ ਤੋਂ ਬਿਹਤਰ ਹੈ ਵੀ ਤੁਸੀਂ ਹੈਲ ਪਾਓ। ਠੀਕ ਹੈ ਜੀ। ਤੇ ਕਿੰਨੇ ਸਾਲਾਂ 'ਚ ਬਾਬਾ ਜੀ ਇਹ ਤਿਆਰ ਹੋ ਜਾਂਦਾ ਇਹ ਜਿਹੜਾ ਪਹਿਲਾ ਪੌਦਾ ਲਾਣਾ ਹੈ? ਪਹਿਲੀ ਅੱਛੀ ਹੈ ਨਾ ਹਾਂਜੀ ਤੇ ਮਾਲਕ ਦੀ ਮਗਰ ਦੇਖਭਾਲ ਹੋਵੇ 18 ਮਹੀਨੇ 'ਚ ਤਿਆਰ ਹੋ ਜਾਂਦਾ। 1.5 ਸਾਲ 'ਚ 1.5 ਸਾਲ 'ਚ ਇਹ ਪੌਦਾ ਤਿਆਰ ਹੋ ਜਾਂਦਾ, ਫਲ ਦੇ ਕਾਬਲ ਹੋ ਜਾਂਦਾ। 1.5 ਸਾਲ ਮਤਲਬ 18 ਮਹੀਨੇ ਜਿਹੜੇ ਉਦੋਂ ਉਤਲਾ ਟਾਈਮ ਇਹਦਾ ਫਿਰ ਪੌਦੇ ਫਲ ਦਾ ਟਾਈਮ ਆ ਫਿਰ ਅੱਗੋਂ ਫਲ ਜਿਹੜੇ ਨਾ। ਤੇ ਕਿੰਨੇ ਸਾਲ ਤੱਕ ਇੱਕ ਪੌਦਾ ਚੱਲ ਸਕਦਾ? ਇਹ ਜਨਾਬ ਹੁਣ ਇਸ ਟਾਈਮ ਤਾਂ ਜਿਹੜਾ ਨਾ ਪੌਦਾ ਜੀ ਇਹ ਤਕਰੀਬਨ 10 ਸਾਲ ਚੱਲਦਾ ਹੈ। ਇਹ ਤੋਂ ਅੱਜ ਤੋਂ 50 ਸਾਲ ਪਿੱਛੇ 60 ਸਾਲ ਚੱਲ ਜਾਂਦਾ ਸੀ। ਅੱਛਾ ਮਾਸ਼ਾਅੱਲਾ। ਯਾਨੀ ਪਹਿਲੇ ਜਿਹੜੇ ਬੀ ਹੈ ਉਹ ਜੋ ਉਦੋਂ ਇਹ ਖਾਦਾ ਲਾਦ ਨਹੀਂ ਸਣੇਗੇ। ਹਾਂ ਯਾਨੀ ਵਕਤ ਤੋਂ ਪਹਿਲਾਂ ਅਗਰ ਤੁਸੀਂ ਉਹਦੇ ਕੋਲ ਡਿਮਾਂਡ ਕਰਦੇ ਹੋ ਸਪਰੇਵਾਂ ਲਾਦ ਨਹੀਂ ਸਣੇਗੀ ਨਾ ਚੀਜ਼ਾਂ ਜਿਹੜੀਆਂ ਨਾ ਉਦੋਂ ਇਹ ਬਿਮਾਰੀਆਂ ਲਾਮਤਾਂ ਨਹੀਂ ਸਨ ਤੇ ਕੁਦਰਤੀ ਤਰੀਕੇ ਨਾਲ 50-60 ਸਾਲ ਤੱਕ ਬੰਦੇ ਦੇ ਨਾਲ ਨਿਭ ਜਾਂਦਾ ਸੀ। ਮੈਂ ਆਪਣੇ ਨਿੱਕੇ ਬੱਚੇ ਧਰਾਉਂਦਾ ਸਾਂ। ਜੀ ਹਾਂ ਠੀਕ ਹੈ। ਮੇਰੇ ਬਜ਼ੁਰਗਾਂ ਨੇ ਮੈਨੂੰ ਕਿਹਾ ਸੀ ਆ ਜਿਹੜਾ ਬਾਗ ਹੈ ਨਾ ਇਹਨੂੰ ਅਸੀਂ 20 ਸਾਲ ਕਮਾਇਆ ਇਹਦੇ ਤੋਂ। ਹਾਂਜੀ ਦੇਖੋ ਨਾ 20 ਸਾਲ ਕਮਾਇਆ ਤੇ ਮੈਂ ਵੀ ਉਹ ਦੇਖਿਆ ਜੀ 1973 ਦੀ ਗੱਲ 1973 ਦੇ ਵਿੱਚ ਬਾਬੇ ਹਰੀ ਯਾਨੀ ਉਦੋਂ ਬਾਗ ਸੀ। ਹਾਂ ਤੇ ਉਹ ਉਹਨਾਂ ਕਿਹਾ ਸੀ ਜੇ ਇੰਨੀ ਦੇਰ ਤੋਂ ਲੱਗ ਕੇ ਹੈਗਾ ਹੈ ਤੇ ਇਹ 60 ਸਾਲ ਦੀ ਇਹਦੀ ਉਮਰ ਹੈ ਇਸ ਟਾਈਮ ਬਾਗ। ਹਾਂ ਦੇਖੋ ਨਾ ਤੇ ਜਿਹੜਾ ਅੱਜ ਦਾ ਦੌਰ ਹੈ ਅੱਜ ਦੇ ਦੌਰ ਵਿੱਚ ਜਿਹੜੀਆਂ ਖਾਦਾਂ ਨੇ ਆ ਸਪਰੇਵਾਂ ਖਾਦਾਂ ਹੋਰ ਚੀਜ਼ ਹੈ ਜੀ ਅੱਛਾ ਜਿਹੜੀ ਅਸੀਂ ਪੈਲੀ ਬਵਾਣੇ ਆ ਨਾ ਹਾਂਜੀ ਜਿਹੜੀਆਂ ਡਿਸਕਾਂ ਜਾਂ ਤਵੇ ਬੋਲਨੇ ਆ ਹਾਂਜੀ ਉਹ ਕਿਲੇ ਪੌਦੇ ਦੇ ਕੋਲੋਂ ਗੁਜ਼ਰਦੇ ਨਾ ਉਹ ਤਣੇ ਜਿਹੜੇ ਜੜਾਂ ਜਿਹੜੀਆਂ ਨੇ ਉਹਦੀਆਂ ਕਟਾਈ ਕਰ ਦਿੰਦੀਆਂ ਨੇ ਉਹਦੇ ਨਾਲ ਵੀ ਬੜਾ ਫਰਕ ਉਹਦੇ ਨਾਲ ਹੁਣ ਅਸੀਂ ਜਿਹੜੇ ਬਾਗਾਂ ਵਾਲਿਆਂ ਜਾਂ ਮਾਲਕ ਵੀ ਯਾਰ ਗੰਦ ਨਹੀਂ ਹੋਣਾ ਚਾਹੀਦਾ ਕੋਲੋਂ ਲਗਾਈ ਯਾਰ ਕਰੀਬ ਲਗਾਈ ਯਾਰ ਉਹ ਕਰੀਬ ਲਗਾਣੇ ਚ ਨਾ ਉਹ ਅਸੀਂ ਪੌਦੇ ਨੂੰ ਆਪ ਖਤਮ ਕਰ ਦਿੰਦੇ। ਉਦੋਂ ਲੋਕ ਖੁਰਪੇ ਨਾਲ ਤੇ ਕਈ ਨਾਲ ਕੰਮ ਚੱਲਦਾ ਸੀ ਤੇ ਕਿਸਾਨ ਨੂੰ ਸਾਰਾ ਪਤਾ ਹੁੰਦਾ ਸੀ ਵੀ ਇੱਥੇ ਇਹਦੀ ਜੜ ਹੈ ਇੱਥੇ ਇਹਦੀ ਜੜ। ਹੁਣ ਜਨਾਬ ਅਸੀਂ ਜਿਹੜੇ ਵਪਾਰੀ ਠੇਕੇਦਾਰ ਆ ਅਸੀਂ ਵੀ ਆਨੇ ਯਾਰ ਗੰਦ ਨਾ ਹੋਣਾ ਚਾਹੀਦਾ। ਜੀ ਸਾਫ ਸੁਥਰਾ। ਮਾਲਕ ਵੀ ਆਂਦਾ ਯਾਰ ਮੇਰੀ ਫਸਲ ਹੋਵੇਗੀ ਉਹ ਕਿਲੇ ਕੋਲੋਂ ਗੁਜ਼ਰਦੇ ਨੇ ਤਵੇ। ਹਾਂਜੀ ਉਹ ਤਵੇ ਜਿਹੜੇ ਉਹ ਵੱਢੀ ਜਾਂਦੇ ਨੇ ਹਰ ਚੀਜ਼ ਉਹਨਾਂ ਦੇ ਦੇਖਣੇ ਨਹੀਂ ਗੱਡੀ ਨਹੀਂ ਕਿਸੇ ਦੇਖਣ ਹੈ ਬੂਟੇ ਨੂੰ ਉਨੀ ਤਾਕਤ ਨਸ਼ੋ ਨਵਾਰ ਮਿਲਣੇ ਵਾਸਤੇ ਉਹ ਚੋਂ 90% ਬੂਟੇ ਸੁੱਕਣ ਦਾ ਹੱਲ ਇਹ ਵੀ ਜਦੋਂ ਕਿਸੇ ਦੀ ਜੜ ਕੱਟੀ ਜਾਵੇ ਜੜ ਵੱਢ ਦਿੱਤੀ ਉਹਦੀ ਹਵਾ ਲਾਵੇ। ਯਾਨੀ ਮਿਸਾਲ ਦੇ ਤੌਰ ਤੇ ਅਗਰ ਉਹਦੀਆਂ 10 ਜੜਾਂ ਨੇ ਤੁਸੀਂ 6 ਵੱਢ ਛੜੀਆਂ 6 ਵੱਢ ਛੜੀਆਂ ਉਹਨੇ ਫਿਰ ਨਹੀਂ ਜੇ ਬਕਾਇਆ ਦੂਜੀ ਵਾਰ ਨੂੰ ਵੱਢ ਗਈਆਂ ਜਾਣਗੀਆਂ ਉਹ ਹੀ ਨਾ ਫਿਰ ਤੇ ਇਹ ਜ਼ੁਲਮ ਹੈ ਇਹ ਇਸ ਵਾਸਤੇ ਇਹਦਾ ਕਮ ਸੋ ਕਮ ਇਹਦਾ ਜਿਹੜਾ ਤਵੇ ਵਾਲੀ ਹੱਲ ਹੋਵੇ ਨਾ ਉਹਦੇ ਤੋਂ ਕੋਈ 4 ਫੁੱਟ ਦੂਰ ਲੱਗਣੀ ਚਾਹੀਦੀ ਪਿਛਾ ਰੱਖ ਕੇ ਜਿਹੜਾ ਤੇ ਜੇ ਕਈ ਨਾਲ ਜਾਂ ਖੁਰਪੇ ਨਾਲ ਗੋਡਿਆ ਜਾਏ ਤਾਂ ਉਹਦੇ ਨਾਲ ਤੇ ਫਿਰ ਕੋਈ ਸ਼ੈ ਰੱਖਦੀ ਨਹੀਂ ਹੈ ਉਹਦੇ ਵਾਸਤੇ ਮਿਹਨਤ ਕਰਨੀ ਪਵੇਗੀ। ਉਹਦੀ ਅਸਲ ਬਾਗ ਦੀ ਜਿਹੜੀ ਮਿਆਦ ਸੀ ਨਾ ਉਹ ਸਿਰਫ ਇਸ ਵਜ੍ਹਾ ਤੋਂ ਸੀ ਉਦੋਂ ਰੰਬੇ ਨਾਲ ਜੀ ਰੰਬੇ ਨਾਲ ਹਾਂ ਕਈ ਤੇ ਰੰਬਾ ਜਿਹੜਾ ਨਾ ਇਹ ਉਹ ਹੁਣ ਜੀ ਮਸ਼ੀਨ ਅੱਗੇ ਹੁੰਦੀ ਹੈ ਟਰੈਕਟਰ ਦਾ ਉਹਨੇ ਕੋਲੋਂ ਲੰਘਣਾ ਉਹਨੇ ਕੱਪੀ ਜਾਣੀ ਹਰ ਚੀਜ਼ ਆ ਵੱਢ ਕੇ ਉਹ ਜਾਂਦਾ ਪੈ ਇਧਰੋਂ ਉਧਰ ਲੰਘ ਗਿਆ ਉਧਰੋਂ ਇੱਧਰ ਲੰਘ ਗਿਆ ਉਹ ਦਿਹਾੜੀ ਚ ਮੁਕਾ ਖੜਿਆ ਤੇ ਉਦੋਂ ਮਹੀਨੇ ਲੱਗ ਜਾਂਦੇ ਸੀ ਗੋਡੀ ਕਰਦੇ ਮਹੀਨੇ ਜੀ ਅਸੀਂ ਆਪ ਬਣਾਉਂਦੇ ਰਹੇ ਕਈਆਂ ਨਾਲ ਬੰਦਿਆਂ ਨੂੰ ਪੈਸੇ ਦੇ ਗਿਆ ਹਾਂਜੀ ਤੇ ਹੁਣ ਉਹ ਚੀਜ਼ਾਂ ਹੀ ਸਾਰੀਆਂ ਖਤਮ ਹੋ ਗਈਆਂ ਮਸ਼ੀਨਰੀ ਦਾ ਦੌਰ ਆ ਗਿਆ ਠੀਕ ਹੈ ਜਿੰਨੀ ਜਲਦੀ ਪੀਰ ਸਾਹਿਬ ਇਹਦੇ ਕੋਲ ਫਸਲ ਲੋ ਦੇ ਨਾ ਉਨੀ ਇਹਦੀ ਮਰਿਆਦ ਜਿਹੜੀ ਉਹ ਘਟਦੀ ਲੱਗੀ ਜਾਏ। ਹੁਣ 10 ਸਾਲਾਂ ਦੇ ਇਹਨਾਂ ਨੇ ਦੱਸੀ ਹੈ ਤੇ ਜਿਹੜੇ 60 ਸਾਲ ਚੱਲਦਾ ਸੀ ਉਹ 10 ਸਾਲਾਂ ਦੇ ਬੰਦੇ ਦਾ ਵੀ ਇਹੀ ਹਿਸਾਬ ਬੰਦਾ ਵੀ ਉਂਝ ਹੀ ਰਹਿ ਗਿਆ ਸਾਡੇ ਜਿਹੜੇ ਬਜ਼ੁਰਗ ਨੇ ਉਹ ਕੋਈ 120 ਸਾਲ ਕੋਈ 30 ਸਾਲ ਕੋਈ ਜੀ ਹਾਂ ਪਹਿਲਾਂ 35 ਸਾਲ ਹੁਣ ਅੱਲਾ ਖੈਰ ਕਰੇ ਹੁਣ 40 50 ਸਾਲ ਤੋਂ ਉੱਤੇ ਬਸ ਦੜਾਗਾ ਨਿਕਲ ਜਿਹੜੀ ਪੈਦਾਵਾਰ ਅਸੀਂ ਲੈਂਦੇ ਨਾ ਕੋਈ 50 60 ਸਾਲਾਂ ਚ ਜੀ ਹੁਣ ਅਸੀਂ ਲੈ ਲੈਂਦੇ ਉਹ 2-3 ਸਾਲਾਂ ਵਿੱਚ ਉਹਨਾਂ ਫਲ ਉਹਦੇ ਕੋਲ ਖੋਲਣ ਉਹਦੀ ਸਪੀਡ ਮਤਲਬ ਜੀ ਅਸੀਂ ਫਾਰਮਿੰਗ ਜਿਹੜੀ ਹੈ ਨਾ ਉਹ ਬੜੀ ਜਦੀਦ ਹੋ ਗਈ ਦੇਖੋ ਜੀ ਹਰ ਚੀਜ਼ ਹਾਂਜੀ ਨਾਲੇ ਇੱਕ ਹੋਰ ਵੀ ਨਾ ਮਸਲੇ ਦੀ ਵੀ ਬਾਤ ਹੈ ਅੱਲਾਹ ਤਾਲਾ ਕੁਰਾਨ ਪਾਕ ਸ਼ਾਹ ਤੋਂ ਮੰਨਦਾ ਜਿੱਥੇ ਮੇਰੀ ਚੋਖੀ ਮਖਲੂਕ ਨੂੰ ਮੈਂ ਉਹਨਾਂ ਚੋਖਾ ਰਿਜ਼ਕ ਦੇ ਛੱਡਣਾ ਜੀ ਹਾਂ ਤੇ ਦਿੰਦਾ ਵੀ ਪਿਆ ਇਹ ਦੇਖੋ ਨਾ ਹੁਣ ਮਾਲਕ ਦਿੰਦਾ ਪਿਆ ਤੇ ਉਹ ਫਲ ਬਹੁਤ ਹੈ ਕਿਸੇ ਦੌਰ ਵਿੱਚ ਜੀ ਸਾਡੇ ਬਚਪਨ ਵਿੱਚ ਜੀ ਜ਼ਿਮੀਂਦਾਰਾ ਜਿਹੜੇ ਬੰਦੇ ਦਾ
40 ਤੋਂ 50 ਮਣ ਦਾਣੇ ਹੁੰਦੇ ਸਾਨੂੰ ਆਂਦੇ ਨੇ ਬੜਾ ਵੱਡਾ ਜ਼ਿਮੀਂਦਾਰ ਹੈ ਬੜਾ ਵੱਡਾ ਜ਼ਿਮੀਂਦਾਰ ਹੈ ਬਹੁਤ ਵੱਡਾ ਜ਼ਿਮੀਂਦਾਰ ਫਲਾਣੇ ਚੌਧਰੀ ਦੇ ਯਾਰ ਉਹਦੀ 4 ਢੱਕਿਆਂ ਦੀ ਵਾਈ ਹੈਗੀ ਹੈ ਤੇ ਉਹਨੇ ਯਾਰ ਉਹਦੀ 100 ਉਦੋਂ 120 ਮਣ ਕਣਕ ਨਿਕਲੀ ਯਾਰ ਉਹ 120 ਮਣ 120 ਮਣ ਬੜਾ ਚ ਗਿਣ ਤੇ ਹੁਣ ਜਨਾਬ ਇੱਕ ਪਿੰਡ ਦਾ ਕਮੀ ਕਿੱਲਾ ਇੱਕ ਪੈਲੀ ਠੇਕੇ ਲੈ ਕੇ ਗੱਡ ਲਵੇ ਤੇ 120 ਮਣ ਉਹਦੀ ਨਿਕਲ ਆਉਂਦੀ ਉਹ ਅੱਜ ਹੋ ਜਾਂਦੀ ਇਸ ਵਾਸਤੇ ਟਰੈਕਟਰਾਂ ਤੇ ਅਸੀਂ ਜਲਦੀ ਇਹ ਜਲਦਬਾਜ਼ੀ ਹੁੰਦੀ ਮੈਂ ਜਿਵੇਂ ਜਿਵੇਂ ਮਖਲੂਕ ਵਧੀ ਹਾਂਜੀ ਬਿਲਕੁਲ ਆਪਣੀ ਜ਼ਾਤ ਨੇ ਸਾਨੂੰ ਸਵਾਬ ਦੇ ਰਿਜ਼ਕ ਵੀ ਵੱਧ ਗਿਆ ਆ ਤਰੀਕੇ ਵੱਧ ਗਏ ਸਪਰੇਵਾਂ ਆ ਗਏ ਦੇਖੋ ਜੀ ਅੱਗੇ ਟਰੈਕਟਰ ਆਜ਼ਾਦ ਨਹੀਂ ਸੀ ਟੂਲ ਆਜ਼ਾਦ ਨਹੀਂ ਸੀ ਨਾਰਾਂ ਦੇ ਪਾਣੀ ਲੱਗਣੇ ਜੀ ਹਲਾਂ ਨਾਲ ਪੈਲੀ ਵਗਣੀ ਹਾਂ ਬਿਲਕੁਲ ਤੇ ਉਹ ਹੁਣ ਇੱਕ ਬੰਦਾ ਜਿਹੜਾ ਭਾਵੇਂ 4 ਮਰਬੇ ਦੀ ਵਾਹੀ ਕਰ ਲਾ ਇੱਕ ਬੰਦਾ ਕਰ ਲਿਆ ਕਰਦੇ ਨੇ ਵੇ ਲੋਕ ਸਪਰੇ ਵਾਲੀ ਮਸ਼ੀਨਾਂ ਵੱਡੀਆਂ ਨਿਕਲੀਆਂ ਨੇ ਜੀ ਹਾਂ ਉਹ ਇਕੜੇ 'ਚ ਇੱਕ ਫੇਰਾ ਜਾਂਦੀ ਤਾਂ ਸਪਰੇ ਹੁੰਦੀ ਜਾਂਦੀ ਹਾਂ ਸਾਰੇ ਇਲਾਕੇ 'ਚ ਕਰਕੇ ਪਰਾਂ ਮਾਰਦੇ ਜੀ ਬੜੀ ਹਾਂਜੀ ਉਦੋਂ ਸਪਰੇਵਾਂ ਵੀ ਕੋਈ ਨਹੀਂ ਚਾਹੀਆਂ ਉਦੋਂ ਇਹ ਅਸਲ ਗੱਲ ਸੀ ਐਸ ਪਹਿਲੀ ਜੋ ਕਣਕ ਕੱਟੀ ਗਈ ਨਾ ਹਾਂਜੀ ਅਗਲੇ ਸਾਲ ਨੂੰ ਇਹਦੇ 'ਚ ਕਣਕ ਹੀ ਗੜੀਚਣੀ ਨੇ ਜਿਹੜੀ ਜਰਾ ਸੀ ਨੇ ਤੇ ਉਹ ਖਤਮ ਹੋ ਜਾਂਦੇ ਸੀ ਤੇ ਦੂਸਰਾ ਇਹਦੇ 'ਚ ਅਸੀਂ ਸਾਲ ਢੀਕਦੇ ਰਹਿੰਦੇ ਸੀ ਵੀ ਇਹਦੇ 'ਚ ਕਣਕ ਹੀ ਜਿਹੜੀ ਹੁਣ ਅਸੀਂ ਉਹਨੂੰ ਵੱਢਨੇ ਪਿੱਛੋਂ ਪਿੱਛੇ ਟਰੈਕਟਰ ਵਾਲਾ ਜਨਾਬ ਮੇਰੀ ਜੋਦਰੀ ਛੱਡੀ ਜਾਂਦਾ ਸਾਡੇ ਉਸੇ ਇਲਾਕੇ ਦੇ ਵਿੱਚ ਕੀ ਪੋਜੀਸ਼ਨ ਹੈ ਹਾਂਜੀ 1 ਲੱਖ ਤੇ 50 ਤੋਂ 60,000 ਰੁਪਇਆ ਠੇਕਾ ਪੈਣੀਆਂ ਠੀਕ ਹੈ ਤੇ ਆਪ ਖਾਨ ਹੁਣ ਤੁਸੀਂ ਲੰਘੇ ਹੋ ਤੇ ਮਕਈ ਖੜੀ ਹੈ ਨਾ ਇਸ ਪੈਲੀ ਜੀ ਅਗਲੇ ਦਿਨ ਤੁਸੀਂ 24 ਘੰਟੇ ਬਾਅਦ ਆਉਣਾ ਹੈ ਉਹ ਮਕਈ ਵੀ ਕੱਟੀ ਜਾਣੀ ਹੈ ਜੀ ਅਗਲੀ ਵੀ ਨਾਲੋਂ ਛੱਲੀਆਂ ਪਾ ਜਾਣੀਆਂ ਤੇ ਕੋਲ ਟਰੈਕਟਰ ਵਗਦਾ ਪਿਆ 20 ਕੋਲ ਪਿਆ 24 ਘੰਟੇ ਦੇ ਜੋ ਮਕਈ ਕੱਟ ਕੇ ਤੇ ਪੈਲੀ ਗੱਡ ਜਾਣੀ ਅਗਲੀ ਫਸਲ ਵੀ ਲੱਗ ਜਾਣੀ ਦੱਸੋ ਤੇ ਜ਼ਮੀ ਉੱਥੇ ਕੀ ਕਰੇ ਜ਼ਮੀ ਕਿੱਥੋਂ ਮਸਾਲਿਆਂ ਨਾਲ ਤੇ ਖਾਦਾਂ ਨਾਲ ਹੀ ਉਹਨੇ ਚੱਲਣਾ ਖਾਦਾਂ ਨਾਲ ਹੀ ਫਿਰ ਉਹਨੇ ਵਿਚਾਰੀ ਨੇ ਜਿਹੜਾ ਨਾ ਅਗਰ ਜ਼ਮੀਨ ਨੂੰ ਇਹਨੂੰ ਵਕਫਾ ਮਹੀਨੇ 2 ਮਹੀਨੇ ਦਾ 3 ਮਹੀਨੇ ਇਹਨੂੰ ਵਗੇ ਇਹਨੂੰ ਸਾਹ ਨਿਕਲੇ ਇਹਦੇ ਜਾਨ ਬਣੇ ਉਹ ਤਾਂ ਬਿਮਾਰੀਆਂ ਨਹੀਂ ਸੁਣਾਉਂਦੀਆਂ ਹਾਂ ਜੀ ਤਾਂ ਹੀ ਬਿਮਾਰੀਆਂ ਨੇ ਹੁਣ ਜਿਹੜੀ ਪਹਿਲੀ ਕਣਕ ਕੱਢੀ ਗਈ ਉਹਨੂੰ ਪਹਿਲੀ ਨੂੰ ਵਾ ਕੇ ਛੱਡ ਦਿਓ ਜਾਂ ਉਂਝ ਵੀ ਪਈ ਰਹੇ ਉਹ 6 ਮਹੀਨੇ ਪੈ ਰਹੀ ਹੁੰਦੇ ਜਰਾ ਸੀ ਇਹਨੂੰ ਪਹਿਲੀ ਕੋਲੀ ਨੂੰ ਹਵਾ ਫਿਰ ਜਾਏਗੀ ਜੀ ਉਸੇ ਦੌਰ ਤੋਂ ਅਸੀਂ ਗੱਡ ਦਿੰਨੇ ਆ ਤੇ ਫਿਰ ਉਹ ਜਿਹੜੀ ਇਹ ਅਸੀਂ ਤੇ ਉਹਨੂੰ ਘੰਟਿਆਂ ਦੇ ਹਿਸਾਬ ਨਾਲ ਰੱਖਿਆ ਹੁੰਦਾ ਨੇ ਘੰਟਿਆਂ ਦੇ ਹਿਸਾਬ ਨਾਲ ਜਲਦਬਾਜ਼ੀ ਇਹੋ ਜਲਦਬਾਜ਼ੀ ਹੈ ਹਾਂ ਉਹੀ ਬਿਮਾਰੀਆਂ ਦਾ ਫਿਰ ਸਵਾਬ ਬਣਦੀ ਤੇ ਜਦੋਂ ਅਸੀਂ ਖਾਦਾਂ ਪਾਉਂਦੇ ਆ ਕੋਈ ਦੁਨੀਆ ਦੀ ਚੀਜ਼ ਜਿਹਨੂੰ ਸਪਰੇ ਨਾ ਕਰੋ ਤਾਂ ਤੁਸੀਂ ਜੀ ਹਾਂ ਰਾਜੋ ਬਿਲਕੁਲ ਹਾਂ ਸਾਡੇ ਉੱਥੇ ਪਾਰਟੀ ਹੈਗੀ ਹੈ ਜੀ ਅੱਛਾ ਉਹਨਾਂ ਦੇ ਮੁੰਡੇ ਬਾਹਰ ਹੈਗੇ ਨੇ ਤੁਹਾਡੇ ਤਰ੍ਹਾਂ ਦੇ ਉਹਨਾਂ ਨਾਲ ਇੱਥੋਂ ਨਾ ਅਮਰੂਦ ਉੱਥੇ ਭੇਜੇ ਜੀ 4 ਪੇਟੀਆਂ ਆਪਣੇ ਠੀਕ ਹੈ ਘਰ ਦੇ ਹਾਂ ਉਹਨਾਂ ਕਹੇ ਯਾਰ ਉੱਥੇ ਇਹਨਾਂ ਨੇ ਚੈੱਕ ਕਰਾਇਆ ਜੇ ਚੱਲਦਾ ਹੋਵੇ ਤਾਂ ਅਸੀਂ ਇਹ ਮਾਲ ਭੇਜਾ ਕਰਾਂਗੇ ਹਾਂ ਅੱਛਾ ਬਾਹਰ ਠੀਕ ਹੈ ਉਹਨਾਂ ਉਸ ਹਕੂਮਤ ਨੂੰ ਦਿੱਤੇ ਉਹਨਾਂ ਕੋਲੇ ਉਹਨੂੰ ਲੈਬਾਰਟਰੀ ਲਗਾਇਆ ਉਹਨਾਂ ਕਿਹਾ ਇਹ ਆਸਾਨੀ ਉਹਨਾਂ ਨੇ 8 ਸਪਰੇਵਾਂ ਹੋਈਆਂ ਹਾਂਜੀ 8 ਸਪਰੇਵਾਂ ਉਹਨਾਂ ਨੇ ਉੱਥੇ ਦੱਸ ਛੜਿਆ ਦੇਖਿਆ ਜੀ ਅਸੀਂ ਕਿੱਥੇ ਬੈਠੇ ਅਸੀਂ ਉਹ ਸਾਰੀ ਜ਼ਹਿਰ ਫੱਕਨੇ ਉਹ ਜ਼ਹਿਰ ਅਸੀਂ ਫੱਕਨੇ ਹਾਂ ਤਾਂ ਹੀ ਤੇ ਬਿਮਾਰੀ ਸਟਾਪਰੀ ਟੁਰ ਪਈ ਜੀ ਸਟਾਪਰੀ ਹਾਂਜੀ ਇਹਨੂੰ ਇੰਨੀ ਕੁ ਸਪਰੇ ਹੁੰਦੀ ਇੰਨੀ ਖਾਦ ਪੈਂਦੀ ਹੈ ਦੁਨੀਆ ਤੇ ਕੋਈ ਫਸਲ ਨਹੀਂ ਜਿੰਨੀ ਇਹ ਤਾਕਤ ਲੈਂਦੀ ਪਹਿਲੀ ਸਟ੍ਰਾਬੇਰੀ ਜਿਹੜੀ ਅੱਛਾ ਹਾਲਾਂਕਿ ਇਹਦੇ ਐਡੇ ਬੂਟੇ ਹੁੰਦੇ ਨੇ ਛੋਟੇ ਛੋਟੇ ਥੱਲੇ ਨਿੱਕੇ ਨਿੱਕੇ ਜੀ ਜੇਕਰ ਮੁਰਗੀਆਂ ਦੀਆਂ ਤੁਸੀਂ ਬਿਠਾ ਪਾਓ ਜੀ ਤੇ ਇੱਕ ਬੈੱਡ ਫੁੱਟ ਜਿਹੜੀ ਗੱਡੀ ਉਹ 3 ਏਕੜਾਂ 'ਚ ਪਾਈ ਦੀ ਅੱਛਾ ਤੇ ਇੱਕ ਬੈੱਡ ਫੁੱਟ ਦੀ 3 ਏਕੜਾਂ 'ਚ ਹਾਂ ਤੇ ਨਾਲ 12 ਤੋੜੇ ਖਾਦ ਪੈਣੀ ਜੀ ਹਾਂ 4 ਤੋੜੇ ਖਾਦ ਵੀ ਨਾਲ ਪੈਣੀ ਇੰਨੀ ਤਾਕਤ ਲੈ ਰਹੀ ਹੈ ਹਰ ਪਾਣੀ ਦੇ 'ਚ ਖਾਦ ਪਾਣੀ ਹਰ ਪਾਣੀ ਨਾਲ ਸਪਰੇਅ ਕਰਨੀ ਹਾਂ ਯਾਨੀ ਟਿਊਬਲ ਚਲਾਣਾ ਉਹਦੇ ਵਿੱਚ ਪਾ ਦੇਣੀ ਉਹ ਘੋਲ ਕੇ ਫਿਰ ਸਭ ਹਾਂ ਜਾਂ ਅੱਡਾਂ 'ਚ ਰੱਖ ਛੱਡਦੇ ਫਿਰ ਅਸੀਂ ਖਾਣੀ ਹਾਂ ਉਹਦੀ ਬਿਮਾਰੀਆਂ ਫਿਰ ਤਾਂ ਹੀ ਫਿਰ ਸਾਨੂੰ ਹੈ ਅੱਛਾ ਕੈਂਸਰ ਪੀਰ ਸਾਹਿਬ ਜਿਹੜਾ ਵਧਿਆ ਨਾ ਉਹਦੀ ਵਜ੍ਹਾ ਇਹ ਹੀ ਹੈ ਕਿ ਵੀ ਅਸੀਂ ਜੇ ਮੱਛੀ ਖਾਂਦੇ ਆ ਉਹ ਵੀ ਫਾਰਮੀ ਮੁਰਗੀ ਖਾਂਦੇ ਆ ਉਹ ਵੀ ਫਾਰਮੀ ਜੇ ਫਲ ਖਾਂਦੇ ਆ ਉਹ ਵੀ ਫਾਰਮੀ ਇਹ ਬੱਚੇ ਨੇ ਹਾਂ ਬੱਚਿਆਂ ਨੂੰ ਜਿਹੜੀ 60 ਸਾਲ ਦੇ ਬੰਦੇ ਨੂੰ ਬਿਮਾਰੀ ਲੱਗਦੀ ਆ 10 ਸਾਲ ਦੇ ਬੱਚੇ ਨੂੰ ਲੱਗਦੀ ਉਹ 8-10 ਸਾਲ ਦੇ ਬੱਚੇ ਨੂੰ ਉਹ ਬਿਮਾਰੀਆਂ ਲੱਗਦੀਆਂ ਨੇ ਹਸਪਤਾਲ ਭਰੇ ਅੱਗੇ ਨਾ ਬੱਚਿਆਂ ਨੂੰ ਮਾਵਾਂ ਦੇ ਦੁੱਧ ਨਸੀਬ ਜੀ ਆ ਤੁਹਾਡਾ ਬੱਚਾ ਜੀ ਹੁਣ ਜੰਮਦੇ ਨੂੰ ਲੈਕਟੋਜਨ ਉਸੇ ਵੇਲੇ ਦੁੱਧ ਜਨਾਬ ਤੇ ਪੈਂਪਰ ਬਿਲਕੁਲ ਉਹ ਜਨਾਬ ਬੱਚਿਆਂ ਦੇ ਉਹ ਔਰਤਾਂ ਦੇ ਪੱਲੇ ਵੀ ਕੋਈ ਗੰਢ ਨਹੀਂ ਰਹੇਗੀ ਉਹ ਵਿਚਾਰੀਆਂ ਕੀ ਕਰ ਹਾਂ ਕੋਈ ਨਹੀਂ ਆ ਕੇ ਉਹੀ ਖਾਂਦੀਆਂ ਕੋਈ ਨਾਰਮਲ ਡਿਲੀਵਰੀ ਵੀ ਕਿਹੜੀ ਗੱਲ ਤੋਂ ਖਤਮ ਹੋ ਗਈ ਜੀ ਐਸੇ ਵਾਸਤੇ ਆਪਰੇਸ਼ਨ ਉਹ ਕੰਮ ਹੀ ਨਹੀਂ ਕਰਦੀਆਂ ਕੰਮ ਕਰਨ ਤੇ ਕੋਈ ਦੌਰ ਹੀ ਸੀ ਸਾਡੇ ਬਚਪਨੇ 'ਚ ਸੀ ਜਿਹੜੇ ਮਾਵਾਂ ਦੀਆਂ ਸਾਡੀਆਂ ਮਾਵਾਂ ਸਨ ਉਹ ਕਾਰੋਬਾਰ ਕਰਦੀਆਂ ਸਨ ਜੀ ਆ ਤੇ ਸਵੇਰ ਸੁਣਨਾ ਜੀ ਫਲਾਣੀ ਘਰ ਬੱਚਾ ਹੋਇਆ ਜੇ ਬੱਚੀ ਹੋਈ ਹੈ ਜੀ ਤੇ ਉਹ ਨਾ ਕਾਰੋਬਾਰ ਕਰਦੇ ਹੋਣਾ ਘਰਾਂ ਜਦੋਂ ਹੁਣ ਡਾਕਟਰ ਮਸ਼ਵਰਾ ਦੇ ਦਿੰਦੇ ਨੇ ਜੀ ਤੁਸੀਂ ਇਹਨੂੰ ਬਿਲਕੁਲ ਜਿਹੜਾ ਨਾ ਕੋਈ ਕੰਮ ਨਹੀਂ ਲੈਣਾ ਮੰਜੀ ਤੇ ਇਹਨੂੰ ਰੋਟੀ ਪਾਣੀ ਖੁਰਾਕ
ਉਹ ਉੱਥੇ ਜਿਹੜਾ ਨਾ ਉਹ ਮੋਟਾਪਾ ਉਹ ਫਿਰ ਆਪਰੇਸ਼ਨ ਤੇ ਜਾਣਾ ਉਹਨੇ। ਹਾਂਜੀ ਜੇ ਥੋੜਾ ਬਹੁਤਾ ਹਰਕਤ ਕਰਦਾ ਰਹੇ ਜਿਹੜੇ ਦੇਖੋ ਅਮੀਰ ਦਾ ਤੇ ਗਰੀਬ ਦਾ ਕਿੰਨਾ ਫਰਕ ਹੈ। ਜਿਹੜੇ ਲੋਕ ਮੂੰਜੀ ਲਾਉਂਦੇ ਨੇ, ਔਰਤਾਂ ਮਜ਼ਦੂਰੀ ਕਰਦੀਆਂ ਨੇ, ਉਹ ਲੋਕ ਦਾ ਕੋਲ ਇਹ ਸਹੂਲਤ ਹੀ ਨਹੀਂ ਹੈਗੀ ਹਸਪਤਾਲਾਂ ਵਾਲੀ, ਸ਼ਹਿਰੋਂ ਦੂਰ ਜੀ ਹਾਂ ਤੇ ਨਾ ਉਹਨਾਂ ਲੋਕਾਂ ਨੇ ਬੈਠਣਾ ਆਰਾਮ ਨਾਲ। ਜੀ ਹਾਂ ਇਸ ਵਾਸਤੇ ਜਿੰਨਾ ਕੁ ਅਸੀਂ ਤੇਜ਼ੀ ਦਾ ਦੌੜ ਲੱਗਾ, ਤੇਜ਼ੀ ਦੇ ਚ ਫਿਰ ਤੇਜ਼ੀ ਤਾਂ ਹੋ ਗਈ ਸਾਡੀ, ਅਸੀਂ ਆਪ ਰਹਿ ਗਏ। ਅੱਛਾ ਬਾਬਾ ਜੀ, ਆਖਰੀ ਗੱਲ ਪੀਰ ਸਾਹਿਬ ਜੀ ਤੁਹਾਡੀ ਇੱਕ ਗੱਲ ਤੋਂ ਗੱਲ ਸੀ ਮੈਨੂੰ ਯਾਦ ਆ ਗਈ ਵੀ ਮੇਰੇ ਕੋਲ ਨਾ ਇੱਕ ਬਜ਼ੁਰਗ ਸਨ, ਜਿਸ ਤਰ੍ਹਾਂ ਹੈ ਭਾਈ ਹੋਰੀ ਨੇ, ਉਹਨਾਂ ਨੇ ਮੈਨੂੰ ਜਿਹੜੀ ਗੱਲ ਦੱਸੀ ਨਾ ਮੈਨੂੰ ਅੱਜ ਵੀ ਯਾਦ ਹੈ, ਔਰ ਬੜਾ 20-25 ਸਾਲ ਪਹਿਲਾਂ ਦੀ ਇਹ ਗੱਲ ਹੈ ਵੀ ਜਿਹੜਾ ਅਸੀਂ ਬਾਹਰ ਬੋਲ ਪਿਸ਼ਾਬ ਬਹਿਣ ਵਾਸਤੇ ਜਾਂਦੇ ਆ ਨਾ, ਉਹਦੇ ਵਿੱਚ ਤੇ ਜਿਹੜਾ ਹੈ ਘਰਾਂ ਵਿੱਚ ਅਸੀਂ ਗਟਰ ਬਣਾਏ ਨੇ, ਉਹਦੇ ਨਾਲ ਇੰਨੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਇੱਕ ਦੂਸਰੇ ਦੇ ਵਿੱਚ ਬਹਾਨੇ ਦੇ ਜ਼ਰੀਏ। ਇਹ ਬਿਲਕੁਲ ਇਹ ਵੇਖੋ ਅਰਜ਼ ਇਹ ਵੇ ਮੇਰੇ ਨਾਲ ਜੀ, ਅਗਰ ਤੁਹਾਡਾ 3 ਮਰਲੇ ਦਾ ਪਲਾਟ ਹੈ, ਕਨਾਲ ਦਾ 10 ਮਰਲੇ ਜੀ ਜਿੱਡਾ ਵੀ ਹੈ, ਹਾਂਜੀ ਉਹਦੇ ਤੁਸੀਂ ਹਰ ਸਹੂਲਤ ਰੱਖੀ ਸਭ। ਮੈਂ ਕਹਿੰਦਾ ਦੁਨੀਆ ਦੀ ਹਰ ਚੀਜ਼ ਉਹਦੇ ਵਿੱਚ ਅਸੀਂ, ਖਾਣਾ ਵੀ ਉੱਥੇ ਪਕਣਾ ਜੀ, ਪਿਸ਼ਾਬ ਵੀ ਉੱਥੇ ਕਰਨਾ, ਲੇਟਣਾ ਵੀ ਉੱਥੇ, ਬੈਠਣਾ ਵੀ ਉੱਥੇ। ਮਸਲਨ ਤੁਸੀਂ ਉੱਥੇ ਉਹ ਭਾਵੇਂ 3 ਮਰਲੇ ਚ ਹੋਵੇ ਜੀ ਹਾਂ, ਭਾਵੇਂ ਉਹ ਇੱਕ ਕਨਾਲ ਚ ਹੋਵੇ, 3 ਮਰਲੇ ਜੀ ਅਸੀਂ ਸਾਰਾ ਕੁਝ ਉਹ ਜਿਹੜੀਆਂ ਬਿਮਾਰੀਆਂ ਨੇ। ਹਾਂ ਇਹ ਜਿਹੜਾ ਪੈਂਪਰ ਹੈ ਨਾ, ਉਹ ਬੱਚੇ ਨੂੰ ਜਦੋਂ ਅਸੀਂ ਲਾਉਂਦੇ ਆ ਤੇ ਯਕੀਨਨ ਉਹ ਪਿਸ਼ਾਬ ਕਈ ਘੰਟੇ ਉਹਦੇ ਵਿੱਚ ਹੀ ਰਹਿੰਦਾ। ਦੇਖੋ ਜੀ ਉਹੀ ਬਿਮਾਰੀਆਂ ਦਾ ਇਹ ਗੱਲ ਹੈ, ਲੈਟਰਿਨ ਕੋਲੇ ਤੁਸੀਂ ਕੱਢਦੇ ਹੋ ਜੀ, ਉੱਥੇ ਪਿਸ਼ਾਬ ਕਰਦੇ ਹੋ ਤੇ ਉਹ ਗੈਸ ਬਣਦੀ ਏ। ਉੱਥੇ ਕਿੰਨੇ ਬੰਦਿਆਂ ਨੇ ਪਹਿਲਾਂ ਕੀਤਾ ਹੈ ਤੇ ਕਿਲੇ ਪਹਿਲੀ ਚ ਜਾਂਦੇ ਹੋ ਹਾਂ ਖੁੱਲੀ ਜਗ੍ਹਾ ਤੇ। ਸਰ ਮੈਂ ਥੋੜੀ ਸਾਰੀ ਰੋਸ਼ਨੀ ਕਰਨਾ ਜੀ ਕਿ ਜਿਹੜੀ ਥਾਂ ਤੇ ਤੁਹਾਡਾ ਵਾਸ਼ਰੂਮ ਬਣਿਆ ਨਾਲ ਹੀ ਉਧਰ ਬਾਹਰ ਹੀ ਤੁਹਾਡਾ ਪਾਣੀ ਵਾਲਾ ਵੀ ਬੋਰ ਹੋਇਆ ਕੋਲੇ, ਬਿਲਕੁਲ ਨਾਲ ਜੀ। ਜਿਸ ਟਾਈਮ ਉਹ ਹੀ ਬਾਹਰ ਤੁਹਾਡਾ ਗਟਰ ਹੈ ਨਾਲ ਹੀ ਬੋਰ ਹੋਇਆ, 10 ਫੁੱਟ ਜ਼ਮੀਨ ਦੇ ਵਿੱਚ ਪਾਣੀ ਸਿਮਦਾ ਉੱਥੇ ਟੁਰ ਹੀ ਜਾਂਦਾ, ਥੱਲੇ ਟੁਰ ਜਾਂਦਾ, 200-300 ਫੁੱਟ ਨਮੀ ਥੋੜੀ ਵੀ ਜਾਏ ਨਾ, ਕਈਆਂ ਸਾਲਾਂ ਅਗਰ ਇੱਕ ਫਰਸ਼ ਤੇ ਇੱਕ ਕਤਰਾ ਡਿੱਗਦਾ ਨਾ, ਕੁਝ ਚਿਰ ਬਾਅਦ ਉੱਥੇ ਵੀ ਉਹ ਘੜਾ ਬਣ ਜਾਂਦਾ ਜੀ। ਇੱਕ ਕਤਰਾ ਜੀ। ਉਹ ਜਿਸ ਟਾਈਮ ਤੁਹਾਡੇ ਗਟਰਾਂ ਦਾ ਸੇਮਾ ਥੱਲੇ ਪਾਣੀ ਤੇ ਅਸਰ ਅੰਦਾਜ਼ ਹੁੰਦਾ ਹੈ ਜੀ। ਤੁਹਾਡੀਆਂ ਗਲੀਆਂ ਦੇ ਵਿੱਚ ਅੱਗੇ ਨਾਲੀਆਂ ਹੁੰਦੀਆਂ ਗਲੀ ਦੇ ਵਿਚਕਾਰ ਜੀ ਵਿਚਕਾਰ ਹੁੰਦੀ, ਝਾੜੂ ਨਾਲ ਸਾਫ਼ ਹੋ ਜਾਂਦੀਆਂ ਜੀ ਹਾਂ, ਵਿਚਕਾਰ ਹੁੰਦੀ 10-10 ਫੁੱਟ ਡੂੰਘੇ ਨਾਲੇ ਕੱਢ ਛੱਡੇ ਜਿਹੜੇ ਸਿਮਦਿਆਂ ਤੁਹਾਡੇ ਘਰ ਦੀਆਂ ਨੀਹਾਂ ਦਾ ਤੇ ਬੇੜਾ ਗਰਕ ਕਰਦੇ ਨੇ ਜੀ ਹਾਂ। ਤੁਹਾਡੇ ਪਾਣੀ ਦਾ ਪਿੰਡ ਪੂਰੇ ਦਾ ਪਾਣੀ ਬੇੜਾ ਦੇ ਕਾਬਲ ਹੀ ਨਹੀਂ, ਕਿਉਂ ਪਾਣੀ ਖਰਾਬ ਹੋਏ ਨੇ ਸਾਡਾ। ਹੈਪੇਟਾਈਟਸ A B C ਜੋ 100 ਬੰਦਿਆਂ ਦਾ ਟੈਸਟ ਕਰਾ ਲਓ, 75 ਬੰਦੇ ਤੁਹਾਨੂੰ ਪੋਜ਼ਿਟਿਵ ਲੱਭਣਗੇ। ਸਭ ਨੂੰ ਇਹ ਮਸਲਾ ਹੈ। ਵਜ੍ਹਾ ਕੀ? ਉਹ ਪਾਣੀ ਜਿਹੜਾ ਗੰਦਗੀ, ਗੰਦਾ ਪਾਣੀ ਅਸੀਂ ਜਿਹੜਾ ਇਸਤੇਮਾਲ ਗੰਦਾ ਪਾਣੀ, ਫਾਰਮੀ ਖੁਰਾਕ। 1960 ਤੋਂ ਪਹਿਲੋਂ ਅੱਛਾ ਮੈਂ ਦੌੜ ਰਿਹਾ ਜੀ ਆਪਣੇ ਸਾਥ ਤੋਂ, ਠੀਕ ਹੈ। ਉਦੋਂ ਆ ਸਿਵਰ ਆਜ਼ਾਦ ਨਹੀਂ ਸੀ ਹੋਇਆ ਜੀ, ਲੋਕ ਉਹ ਗਰਗੀਆਂ ਲੈਣ ਥੇ ਜਿਹੜਾ ਪਾਣੀ ਉਹ ਗੰਦਾ ਵਿੱਚ ਹੀ ਸਮਾ ਜਾਣਾ। ਹਾਂਜੀ, ਖੂਹਾਂ ਦੀ ਸ਼ਕਲ ਚ ਅੱਛਾ ਉਹ ਸਮਾ ਜਾਂਦਾ। ਜੇਕਰ ਉਹ ਖੂਹ ਜਿਹੜਾ ਦੇ ਸਕਦਾ ਪਾਣੀ ਤੇ ਉਹਨਾਂ ਹੀ ਉਹਨੇ ਥੱਲੇ ਵੀ ਗਿਰ ਕਰ ਉਹ ਫਿਰ ਜ਼ਮੀਨ ਨੇ ਹੀ ਇਸਤੇਮਾਲ ਕਰਨਾ। ਪਾਣੀ ਦੀ ਤਬਾਹੀ ਕਿਉਂ ਪੁੱਟੀ ਚੀਜ਼ ਹੈ। ਹਾਂਜੀ, ਲਾਹੌਰ ਦੇ ਚ ਉਹਨੂੰ ਲਾਹੌਰ ਛੱਡ ਕੇ ਹਰ ਸ਼ਹਿਰ ਚ ਲਾਹੌਰ ਦਾ ਹੁਣ ਰਾਵੀ ਦਰਿਆ ਚ ਉਹਦੇ ਚ ਪਾਣੀ ਸਾਰਾ ਗੰਦੇ ਮੋਰੇ ਦਾ ਹੁੰਦਾ। ਉਹਦੇ ਚ ਹੋਰ ਪਾਣੀ ਕੋਈ ਨਹੀਂ, ਹੋਰ ਪਾਣੀ ਕੋਈ ਨਹੀਂ। ਇੰਡੀਆ ਦਾ ਫੈਕਟਰੀਆਂ ਦਾ ਕਚਰਾ। ਫਿਰ ਮੇਰਾ ਇੱਕ ਦੋਸਤ ਹੈ, ਉਹਨੇ ਉੱਥੇ ਹੀ ਬੋਰ ਕਰਾਇਆ ਦਰਿਆ ਦੇ ਕੰਢੇ ਤੇ, ਤੇ ਉਹ 32-33 ਫੁੱਟ ਦੇ ਪੱਖਾ ਜਾ ਕੇ ਰੱਖਿਆ। ਹਾਲੀ ਕਿ ਹੁਣ ਦਰਿਆ ਦੇ ਉੱਤੇ ਹੋਵੇ ਬੋਰ ਤੇ ਉਹ 32-33 ਫੁੱਟ ਦਾ ਪੱਖਾ ਦਾ ਕੀ ਲੋੜ ਹੀ ਨਹੀਂ। ਅਰਜ਼ ਇਹ ਬਿਮਾਰੀਆਂ ਇਹੋ ਹੀ ਲਾਮਤਾਂ ਕਿਉਂ ਨੇ, ਉਹ ਹੀ ਬਦਲ ਕੇ ਅਸੀਂ ਪੀਤੀ ਲੱਗੇ ਉਹਨੇ ਖਾਧੀ। ਜੀ ਅੱਛਾ ਪੀਰ ਸਾਹਿਬ, ਜਿਹੜਾ ਨਾ ਨਲਕਾ ਹੁੰਦਾ ਸੀ ਉਹਦੇ ਜਦੋਂ ਅਸੀਂ ਗੇੜਦੇ ਸੀ ਨਾ ਤੇ ਪਾਣੀ ਨੂੰ ਪਿੱਛੋਂ ਪਾਣੀ ਲੰਦਿਆਂ ਜਿਹੜਾ ਥੱਲੇ ਫਿਲਟਰ ਹੁੰਦਾ ਸੀ ਉਹਨੂੰ ਸਾਹ ਲੱਭਦਾ ਸੀ ਤੇ ਉਹ ਪਾਣੀ ਬਾਹਰ ਆਉਂਦਾ ਸੀ, ਯਾਨੀ ਬੋਕਿਆਂ ਦੇ ਹਿਸਾਬ ਨਾਲ ਜਾਂ ਇਹ ਜਿਹੜੀ ਅਸੀਂ ਮੋਟਰ ਤੇ ਹੱਥ ਰੱਖਨੇ ਤੇ ਧਰੂ ਕੇ ਲੈ ਆਉਂਦੀ ਆ ਹਰ ਚੀਜ਼ ਇਹਨੇ ਛੇਕੇ ਨੇ ਤੇ ਮਿੰਟਾਂ ਦੇ ਵਿੱਚ ਕਿੰਨੇ 100 ਲੀਟਰ ਪਾਣੀ ਬਾਹਰ ਕੱਢਣਾ ਹੁੰਦਾ ਤੇ ਉਹ ਸਾਰੀਆਂ ਬਿਮਾਰੀਆਂ ਖਿੱਚ ਕੇ ਬਾਹਰ ਲੈ ਆਉਂਦੀ ਜੋ ਸਭ ਇਹੀ ਵਜ੍ਹਾ ਨਾ ਜੀ ਕਿ ਤੁਹਾਡੇ ਜਿਹੜੀ ਨਾ ਜ਼ਮੀਨ 'ਚ ਪਾਣੀ ਦੀ ਸਤ੍ਹਾ ਉਹ ਬਹੁਤ ਥੱਲੇ ਵੀ ਟੁਰ ਗਈ, ਬਹੁਤ ਥੱਲੇ ਟੁਰ ਗਈ ਹੈ। ਸਾਡੇ ਪਿੰਡ ਟਿੱਬਾ ਬੂਟੇ ਸ਼ਾਹ 'ਚ ਨਾ ਕਦੇ ਪਾਣੀ ਹੁੰਦਾ ਆ 150 ਫੁੱਟ ਤੇ ਜਿਹਨੂੰ ਆਖਦੇ ਨੇ ਨਾ ਵੱਡਾ ਬੋਰ ਕਰਾਇਆ ਉਹ 200-250 ਫੁੱਟ ਤੇ ਹੋ ਜਾਂਦਾ ਹੈ। ਜੀ ਹਾਂ ਬਿਲਕੁਲ। ਹੁਣ ਜਿਹੜਾ ਨਾਰਮਲ ਬੋਰ ਪਿਆ ਹੁੰਦਾ ਨਾ ਉਹ 300-350 ਫੁੱਟ 400 ਫੁੱਟ ਤੇ ਟੁਰ ਗਈ ਤੇ ਜਿਹੜਾ ਆਖਦੇ ਨੇ ਨਾ ਬੜਾ VIP ਬੋਰ ਉਹ 400 ਤੋਂ 500 ਫੁੱਟ ਤੇ ਟੁਰ 500 ਫੁੱਟ ਤੇ ਟੁਰ ਗਿਆ। ਜਿਉਂ ਥੱਲੇ ਅਸੀਂ ਜਾਂਦੇ ਆ ਉਹ ਪਾਣੀ ਦਾ ਮਿਆਰ ਵੀ ਕੋ ਨਹੀਂ ਰਹਿ ਗਿਆ। ਨਹੀਂ ਪਾਣੀ ਦਾ ਮਿਆਰ
ਲੋ ਜੀ ਬਜ਼ੁਰਗਾਂ ਨਾਲ ਬੜੀ ਨਾਯਾਬ ਕਿਸਮ ਦੀਆਂ ਗੱਲਾਂ, ਔਰ ਯਕੀਨ ਕਰੋ ਕਈ ਸਾਲ ਇਹ ਲੋਕ ਭੁੱਲ ਗਏ ਨੇ। ਤੇ ਇਹੋ ਜੀ ਮਹਿਫਲ ਜਿਹੜੀ ਹੈ, ਇਹੋ ਜੀਆਂ ਗੱਲਾਂ ਜਿਹੜੀਆਂ ਨੇ, ਇਹ ਜਿਹੜਾ ਨਾ ਸਿਆਣਿਆਂ ਲੋਕਾਂ ਕੋਲੇ ਬਹਿਣ ਨਾਲ ਬੜਾ ਇਲਮ 'ਚ ਇਜ਼ਾਫਾ ਵੀ ਹੁੰਦਾ ਹੈ। ਕਈਆਂ ਬਿਮਾਰੀਆਂ ਤੋਂ ਵੀ ਬੰਦੇ ਨੂੰ ਨਜਾਤ ਮਿਲਦੀ ਹੈ ਕਿ ਬਈ ਬੰਦਾ ਮੁਤਾਦ ਹੋ ਜਾਂਦਾ। ਦੇਖੋ ਜੀ ਇਲਮ ਹੋਵੇ ਨਾ, ਠੀਕ ਹੈ ਜੀ। ਤੇ ਬਾਗ ਦੇ ਬਾਰੇ 'ਚ ਵੀ ਜਿਹੜਾ ਬਜ਼ੁਰਗਾਂ ਨੇ ਦੱਸਿਆ 100% ਜਿਹੜਾ, ਔਰ ਇਹਨਾਂ ਦਾ ਜਿਹੜਾ ਬਾਗ ਅਸੀਂ ਉਹਦੇ ਵਿੱਚ ਬੈਠੇ ਆ। ਤੇ ਦੁਆਵਾਂ ਯਾਦ ਰੱਖਿਓ, ਇਨਸ਼ਾਅੱਲਾ ਬਾਬੇ ਨਾਲ ਫਿਰ ਮੁਲਾਕਾਤ।